जैसा कि हम जानते हैं कि डिस्क का ऑपरेशन आमतौर पर कामयाब नहीं होता। उसका कारण है कि ऑपरेशन करते समय कोई ना कोई ऐसी नाड़ी दब जाती है जिससे बाजू और टांग रुकने का डर रहता है। लेकिन अब भारत में एक ऐसी तकनीक से सीटी स्कैन और एमआरआई करने के बाद नाड़ी को बड़ी आसानी से अलग करके डिस्क निकाल दिया जाता है। ये ऑपरेशन भारत में सिर्फ 2-3 जगहों पर ही किया जाता है। ऑर्थोनोवा अस्पताल से डॉक्टर हरप्रीत इस तकनीक को जर्मनी और बेल्जियम से लेकर आए हैं और अब तक वह जालंधर में 250 के करीब ऑपरेशन कर चुके हैं, जो कि सभी सफलतापूर्वक हुए हैं। इस तकनीक से ऑपरेशन के बाद 1 घंटे में मरीज को चला दिया जाता है और शाम तक वह अस्पताल से छुट्टी लेकर घर भी जा सकता है। जो भी इस तकनीक का लाभ उठाना चाहते हैं वह डॉक्टर हरप्रीत से संपर्क कर सकते हैं। फ्रंट पेज में रमेश कुमार की रिपोर्ट। ਅੱਜ ਮੈਂ ਦੱਸਣਾ ਚਾਹੁੰਦਾ ਕਿ ਇੱਕ ਬੜੀ ਸਪੈਸ਼ਲ ਆਪਰੇਸ਼ਨ ਹੈ ਰੀੜ ਦੀ ਹੱਡੀ ਦਾ। ਤੁਸੀਂ ਸੁਣਿਆ ਹੋਣਾ ਪਹਿਲਾਂ ਕਿ ਰੀੜ ਦੀ ਹੱਡੀ ਦੇ ਆਪਰੇਸ਼ਨ ਹੁੰਦੇ ਤੇ ਕਦੀ ਲੱਤ ਨਹੀਂ ਕੰਮ ਕਰਦੀ ਤੇ ਕਦੀ ਟੱਟੀ ਪਿਸ਼ਾਬ ਬੰਦ ਹੋ ਜਾਂਦਾ ਹੈ ਤੇ ਪੇਸ਼ੈਂਟ ਬੈੱਡ ਤੇ ਆ ਜਾਂਦਾ ਹੈ। ਇਹ ਜਿਹੜਾ ਆਪਰੇਸ਼ਨ ਹੈਗਾ ਇਹ 'ਚ ਕੋਈ ਚੀਰਾ ਨਹੀਂ ਆਉਂਦਾ ਤੇ ਇਹਦੇ 'ਚ ਇੱਕ ਮੋਰੀ ਕਰਕੇ ਅਸੀਂ ਐਂਡੋਸਕੋਪ ਪਾ ਕੇ ਇਹ ਜਿਹੜਾ ਰੀੜ ਦੀ ਹੱਡੀ ਦੀ ਜਿਹੜੀ ਨਾੜ ਪ੍ਰੈਸ ਹੋਈ ਹੁੰਦੀ ਹੈ ਜਾਂ ਡਿਸਕ ਨਾਲ ਜਾਂ ਜਿਹੜੀ ਹੱਡੀ ਵੱਧੀ ਹੁੰਦੀ ਹੈ ਉਹਦੇ ਨਾਲ ਅਸੀਂ ਬਿਨਾਂ ਚੀਰੇ ਦੇ ਹੀ ਇਹਦਾ ਆਪਰੇਸ਼ਨ ਕਰ ਦਿੰਦੇ ਹਾਂ ਤੇ ਪੇਸ਼ੈਂਟ ਨੂੰ 1 ਘੰਟੇ ਦੇ ਵਿੱਚ ਖੜੇ ਕਰਕੇ ਤੋੜ ਦਿੰਦੇ ਹਾਂ ਤੇ ਉਸੇ ਦਿਨ ਜਾਂ ਅਗਲੇ ਦਿਨ ਛੁੱਟੀ ਹੋ ਜਾਂਦੀ ਹੈ। ਇਹ ਆਪਰੇਸ਼ਨ ਟੋਟਲ ਇੰਡੀਆ 'ਚ 3 ਜਗ੍ਹਾ ਹੁੰਦਾ, ਇੱਕ ਜਲੰਧਰ ਹੈਗਾ ਤੇ ਬਾਕੀ ਸਾਊਥ 'ਚ ਤੇ ਦੁਨੀਆ 'ਚ ਵੀ 22 ਜਾਂ 24 ਸਰਜਨ ਨੇ ਜਿਹੜੇ ਇਹ ਆਪਰੇਸ਼ਨ ਕਰਦੇ ਆ। ਤੇ ਇਹ ਮੈਂ ਤੁਹਾਨੂੰ ਲਾਈਵ ਦਿਖਾਣਾ ਆਪਰੇਸ਼ਨ ਤੇ ਮੈਂ ਤੁਹਾਨੂੰ ਦਿਖਾਣਾ ਕਿ ਜਿਹੜੇ ਸਾਡੇ ਮਰੀਜ਼ ਨੇ ਆਪਰੇਸ਼ਨ ਦੇ ਬਾਅਦ ਕਿੰਨੇ ਖੁਸ਼ ਨੇ ਤੇ ਤਕਰੀਬਨ ਮੈਂ ਇਹ 250 ਆਪਰੇਸ਼ਨ ਕਰ ਚੁੱਕੇ ਹਾਂ ਇੱਥੇ ਜਲੰਧਰ 'ਚ। ਇਹ ਇੰਡੀਆ 'ਤੇ ਸਭ ਤੋਂ ਵੱਡਾ ਨੰਬਰ ਹੈਗਾ ਆਪਰੇਸ਼ਨਾਂ ਦਾ। ਇਹ ਸਰ ਜਿਹੜੀ ਸਿੰਪਲ ਐਮਆਰਆਈ ਔਰ ਸਟੈਂਡਿੰਗ ਐਮਆਰਆਈ 'ਚ ਕੀ ਫਰਕ ਹੈਗਾ? ਜਿਹੜੀ ਸਿੰਪਲ ਐਮਆਰਆਈ ਹੈ, ਤੁਸੀਂ ਦੇਖੋ ਇੱਕ ਬੰਦਾ ਲੇਟਿਆ ਹੋਇਆ, ਜਿਸ ਟਾਈਮ ਲੇਟਿਆ ਹੋਇਆ ਤੇ ਡਿਸਕ ਤੇ ਪ੍ਰੈਸ਼ਰ ਨਹੀਂ ਹੈ ਕੋਈ ਵੀ। ਸੋ ਡਿਸਕ ਤੁਹਾਨੂੰ ਐਕਚੁਅਲ ਕੰਡੀਸ਼ਨ ਡਿਸਕ ਦੀ ਨਹੀਂ ਪਤਾ ਚੱਲੇਗੀ ਜਾਂ ਬਿਮਾਰੀ ਦੀ ਨਹੀਂ ਪਤਾ ਚੱਲੂਗੀ। ਜਿਸ ਟਾਈਮ ਬੰਦਾ ਸਟੈਂਡ ਕਰਦਾ ਹੈ ਉਸ ਟਾਈਮ ਡਿਸਕ ਤੇ ਮਣਕੇ ਦਾ ਪ੍ਰੈਸ਼ਰ ਪੈਂਦਾ, ਉਸ ਟਾਈਮ ਤੁਹਾਡਾ ਐਕਚੁਅਲ ਜਿਹੜਾ ਹੈਗਾ ਪਤਾ ਚੱਲੂਗਾ ਕਿ ਭਈ ਡਿਸਕ ਕਿੰਨਾ ਬਾਹਰ ਨਿਕਲਿਆ ਹੋਇਆ, ਕਿੰਨਾ ਪ੍ਰੈਸ਼ਰ ਪੈ ਰਿਹਾ ਉੱਤੇ ਤੇ ਕਿਹੜੀ ਸਾਈਡ ਤੇ ਨਿਕਲਿਆ ਹੋਇਆ। ਸੋ ਕਈ ਵਾਰੀ ਜਿਹੜਾ ਲੇਟੇ ਹੋਏ ਐਮਆਰਆਈ 'ਚ ਡਿਸਕ ਪਤਾ ਹੀ ਨਹੀਂ ਚੱਲਦਾ, ਉਹ ਨਾਰਮਲ ਆਉਂਦੀ ਹੈ ਤੇ ਜਦੋਂ ਅਸੀਂ ਕਰਦੇ ਹਾਂ ਸਟੈਂਡਿੰਗ ਐਮਆਰਆਈ ਉਹ 'ਚ ਵੱਡਾ ਜਿਹਾ ਡਿਸਕ ਬਾਹਰ ਨਿਕਲਿਆ ਹੁੰਦਾ। ਸੋ ਸਟੈਂਡਿੰਗ ਐਮਆਰਆਈ ਦਾ ਬਹੁਤ ਐਡਵਾਂਟੇਜ ਹੈ ਆਰਥੋਪੈਡਿਕਸ 'ਚ। 50% ਲੋਕ ਜਿਹੜੇ ਆ ਇਹ ਆਪਰੇਸ਼ਨ ਕਰਾਉਣ ਤੋਂ ਬਹੁਤ ਡਰਦੇ ਆ ਕਿ ਸਾਡੀ ਨੀਚੇ ਵਾਲੀ ਸਾਈਡ ਸਾਰੇ ਰੁਕ ਜਾਣੇ ਆ, ਤੇ ਇਹਦੇ ਵਿੱਚ ਕਿੰਨਾ ਖਤਰਾ ਹੈ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਤੁਹਾਨੂੰ ਇਹੀ ਦੱਸਾਂ ਕਿ 250 ਆਪਰੇਸ਼ਨ ਹੈ ਤੇ ਸਾਰੇ ਸਕਸੈਸਫੁਲ ਨੇ, ਕਿਸੇ ਨੂੰ ਕੋਈ ਕੰਪਲੇਂਟ ਨਹੀਂ ਹੈ। 100% ਸਕਸੈਸ ਦੇਣਾ ਬਹੁਤ ਔਖਾ ਹੈ, ਪਰ ਜਿਹੜੇ ਮੇਰੇ ਸਾਰੇ ਆਪਰੇਸ਼ਨ ਹੈ ਤੁਸੀਂ ਕਿਸੇ ਨੂੰ ਵੀ ਪੇਸ਼ੈਂਟ ਨੂੰ ਪੁੱਛ ਲਓ, ਸਾਰੇ ਦੇ ਸਾਰੇ ਖੁਸ਼ ਨੇ। ਸਰ ਤੁਹਾਡੇ ਤੋਂ ਇਲਾਵਾ ਹੋਰ ਵੀ ਬੰਦੇ ਸੇਮ ਆਪਰੇਸ਼ਨ ਕਰ ਰਹੇ ਨੇ, ਉਹਦੇ 'ਚ ਤੇ ਤੁਹਾਡੇ ਵਿੱਚ ਨਹੀਂ। ਇਹ ਆਪਰੇਸ਼ਨ ਹੈਗਾ ਇੰਟਰਲੈਮਿਨਰ ਅਪਰੋਚ। ਇਹਦੇ 'ਚ ਮੈਂ ਪਿੱਛੋਂ ਦੀ ਜਾ ਕੇ ਨਾੜ ਦੇ ਵਿੱਚੋਂ ਦੀ ਜਾ ਕੇ ਡਿਸਕ ਕੱਢ ਰਿਹਾ। ਜਿਹੜੇ ਬਾਕੀ ਜੇ ਕੋਈ ਕਹਿੰਦਾ ਕੋਈ ਐਂਡੋਸਕੋਪੀ, ਉਹ ਇੰਟਰਲੈਮਿਨਰ ਅਪਰੋਚ ਨਹੀਂ ਕਰਦੇ ਪਏ ਨੇ। ਉਹ ਸਾਈਡ ਤੋਂ ਜਾ ਕੇ ਉਹ ਰੀੜ ਦੀ ਹੱਡੀ ਦੇ ਬਾਹਰੋਂ ਬਾਹਰ ਜਿੰਨਾ ਡਿਸਕ ਨਿਕਲ ਗਿਆ ਉਹਨਾਂ ਪੂਰਾ ਡਿਸਕ ਕੱਢ ਨਹੀਂ ਸਕਦੇ ਤੇ ਪੇਸ਼ੈਂਟ ਨੂੰ ਟੈਂਪਰੇਰੀ ਰਿਲੀਫ ਹੋਏਗਾ, ਮਤਲਬ ਹਫ਼ਤੇ 10 ਦਿਨ ਲਈ 15 ਦਿਨ ਲਈ। ਉਹਦੇ ਬਾਅਦ ਡਿਸਕ ਨੇ ਫੇਰ ਤੰਗ ਕਰਨਾ ਸ਼ੁਰੂ ਕਰ ਦੇਣਾ ਹੈ। ਉਹਦੇ ਨਾਲ ਤੁਸੀਂ ਪੂਰੀ ਨਾੜਾ ਸਾਫ਼ ਨਹੀਂ ਕਰ ਸਕਦੇ। ਉਹ ਸਪਾਈਨ ਦੇ ਅੰਦਰ ਐਂਟਰ ਨਹੀਂ ਕਰਦੇ, ਸਪਾਈਨ ਦੇ ਬਾਹਰ ਹੀ ਬਾਹਰ ਰਹਿੰਦੇ। ਜਿਹੜਾ ਪਹਿਲਾਂ ਮਤਲਬ ਆਪਰੇਸ਼ਨ ਸੀਗੇ ਸਕਸੈਸਫੁਲ ਨਹੀਂ ਸੀਗੇ, ਹੁਣ ਸਕਸੈਸਫੁਲ ਆ। ਇਹ ਮੰਨੀਏ ਕਿ ਉਦੋਂ ਵੱਡੇ ਚੀਰੇ ਲੱਗਦੇ ਸੀਗੇ ਤੇ ਇਸ ਕਰਕੇ ਬੰਦਿਆਂ ਨੂੰ ਮਤਲਬ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਨਿਜਾਤ ਨਹੀਂ ਪਾਉਂਦੇ ਸੀ। ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਬਿਲਕੁਲ ਸਕਸੈਸਫੁਲ ਨਹੀਂ ਸੀਗੇ, ਅਸੀਂ ਵੀ ਕਰਦੇ ਰਹੇ ਹਾਂ ਪੁਰਾਣੇ। ਤੇ ਉਹ ਤੁਸੀਂ ਦੇਖੋਗੇ ਪੁਰਾਣੇ ਜਿਹੜੇ ਮੇਰੇ ਵੀਡੀਓਜ਼ ਨੇ ਫੇਸਬੁੱਕ ਤੇ ਲੋਕੀ ਤੁਰਦੇ ਪਏ ਨੇ 17 ਸਾਲ ਪੁਰਾਣੇ ਆਪਰੇਸ਼ਨ, 20 ਸਾਲ ਪੁਰਾਣੇ ਜਿਹੜੇ ਮੈਂ ਸਪਾਈਨ ਦੇ ਕੀਤੇ ਨੇ। ਪਰ ਜਿਹੜੀ ਇਹ ਟੈਕਨੋਲੋਜੀ ਹੈ ਇਹ 'ਚ ਸਾਰਾ ਕੁਝ ਮੈਗਨੀਫਾਈਡ ਹੈ। ਤੁਸੀਂ ਮੇਰੇ ਓਟੀ 'ਚ ਚੱਲ ਕੇ ਦੇਖੋਗੇ ਹੁਣ ਜਿਹੜਾ ਆਪਰੇਸ਼ਨ ਕਰ ਰਹੇ ਤੁਹਾਨੂੰ ਇੱਕ ਨਾੜ ਉੱਥੇ ਇੰਨੀ ਮੋਟੀ ਦਿਸੂਗੀ ਕਿ ਤੁਸੀਂ ਕਹੋਗੇ ਇਹ ਤੇ ਇੰਨੀ ਮੋਟੀ ਨਾੜ ਹੈ। ਐਕਚੁਅਲੀ ਉਹ ਹੈਗੀ ਬਿਲਕੁਲ ਬਰੀਕ, ਜਿੱਦਾਂ ਵਾਲ ਹੁੰਦੇ ਨਾ ਸਿਰ ਦੇ, ਉਹਦਾ ਦੇ ਇੱਕ ਵਾਲ ਵਰਗੀ ਨਾੜ ਹੁੰਦੀ ਹੈ। ਪਰ ਜਦ ਤੁਸੀਂ ਕੈਮਰੇ 'ਚ ਦੇਖੋਗੇ ਤੇ ਐਡੀ ਮੋਟੀ ਨਾੜ ਦਿਖੂਗੀ ਤੁਹਾਨੂੰ, ਤੇ ਉਹ ਤੁਸੀਂ ਡੈਮੇਜ ਕਰ ਹੀ ਨਹੀਂ ਸਕਦੇ ਜਿਹੜੀ ਇੰਨੀ ਮੋਟੀ ਚੀਜ਼ ਹੋਊਗੀ ਜੇ ਤੁਹਾਡੇ ਬਿਲਕੁਲ ਅੱਖਾਂ ਸਾਹਮਣੇ ਹੋਊਗੀ। ਜੇ ਅਸੀਂ ਪਹਿਲਾਂ ਕਰਦੇ ਸੀਗੇ, ਜਦ ਓਪਨ ਕਰਦੇ ਸੀਗੇ ਅੱਖਾਂ ਦੇ ਭਾਵੇਂ ਅਸੀਂ ਲੈਂਸ ਵੀ ਲਾ ਲਈਏ ਤਾਂ ਵੀ ਅਸੀਂ ਇੰਨਾ ਮੈਗਨੀਫਾਈ ਨਹੀਂ ਕਰ ਸਕਦੇ ਸੀਗੇ। ਸੋ ਇਹ ਮੈਗਨੀਫਿਕੇਸ਼ਨ ਹੈਗੀ ਹੈ 30 ਟਾਈਮਸ ਮੈਗਨੀਫਾਈ ਕਰਕੇ ਅਸੀਂ ਤਾਂ ਆਪਰੇਸ਼ਨ ਕਰ ਰਹੇ ਹਾਂ। ਇਹ ਸਰ ਟਾਈਮ ਜਿਹੜਾ ਇਹ ਪਹਿਲਾਂ ਨਾਲੋਂ ਕਿੰਨਾ ਕੁ ਫਰਕ ਪੈ ਗਿਆ ਟਾਈਮ? ਦੇਖੋ ਮੈਂ ਜਿਹੜਾ ਇਹ ਪਹਿਲਾ ਆਪਰੇਸ਼ਨ ਕੀਤਾ ਸੀ ਮੈਨੂੰ ਲੱਗੇ ਸੀ 3.5 ਘੰਟੇ। ਤਾਂ ਮੈਂ 1.5 ਸਾਲ ਪੌਣੇ 2 ਸਾਲ ਪਹਿਲਾਂ ਇਹ ਆਪਰੇਸ਼ਨ ਕੀਤਾ ਸੀ, 3.5 ਘੰਟੇ ਲੱਗੇ ਸੀਗੇ। ਮੇਰੀ ਇਹ ਟ੍ਰੇਨਿੰਗ ਹੈਗੀ ਹੈ ਜਰਮਨੀ ਤੋਂ ਤੇ ਬੈਲਜੀਅਮ ਤੋਂ। ਤੇ ਹੁਣ ਮੇਰਾ ਇਹ ਟਾਈਮ ਸ਼ਾਰਟ ਹੋ ਗਿਆ ਕਿ ਮੈਂ 250 ਆਪਰੇਸ਼ਨ ਕਰ ਚੁੱਕਿਆ। ਹੁਣ ਮੈਨੂੰ ਤਕਰੀਬਨ 40 ਮਿੰਟ 45 ਮਿੰਟ ਲੱਗਦੇ ਆ ਇਹ ਆਪਰੇਸ਼ਨ ਕਰਦੇ ਹੋਏ। ਤੇ ਇਸ ਤੋਂ ਪਹਿਲਾਂ ਜਿਹੜਾ ਆਮ ਜਿਹੜੇ ਡਾਕਟਰ ਕਰ ਰਹੇ ਨੇ ਆਪਰੇਸ਼ਨ, ਉਹਦੇ 'ਚ ਕਿੰਨਾ ਕੁ ਟਾਈਮ ਲੱਗਦਾ ਤੇ ਰਿਲੀਫ ਤੁਹਾਡੇ ਆਪਰੇਸ਼ਨ ਤੇ ਉਹਨਾਂ ਦੇ ਆਪਰੇਸ਼ਨ 'ਚ ਕਿੰਨਾ ਕੁ ਮਿਲਦਾ ਹੈ ਪੇਸ਼ੈਂਟ? ਦੇਖੋ ਤੁਸੀਂ ਸੁਣਿਆ ਹੀ ਹੋਣਾ ਕਿ ਰੀੜ ਦੀ ਹੱਡੀ ਆਪਰੇਸ਼ਨ ਹੈ, ਬਹੁਤ ਵੱਡਾ ਆਪਰੇਸ਼ਨ ਹੈ, 5-6 ਘੰਟੇ ਲੱਗ ਜਾਣਗੇ।
ਤੇ ਵਾਕਈ 5-6 ਘੰਟੇ ਦਾ ਆਪਰੇਸ਼ਨ ਹੁੰਦਾ, ਤੁਸੀਂ ਜਿੱਥੇ ਮਰਜ਼ੀ ਪਤਾ ਕਰ ਲਓ, ਰੀੜ ਦੀ ਹੱਡੀ ਦਾ ਆਪਰੇਸ਼ਨ 5-6 ਘੰਟੇ 'ਚ ਹੀ ਹੁੰਦਾ। ਸੋ ਜਿੰਨਾ ਜ਼ਿਆਦਾ ਟਾਈਮ ਲੱਗੂਗਾ ਉਨਾ ਹੀ ਜ਼ਿਆਦਾ ਅੰਦਰੋਂ ਫਾਈਬਰੋਸਿਸ ਹੋਣਾ, ਉਨਾ ਹੀ ਟਿਸ਼ੂ ਨਾਲ ਛੇੜਾਖਾਨੀ ਹੋਣੀ ਹੈ, ਉਨਾ ਹੀ ਪੇਨ ਜ਼ਿਆਦਾ ਰਹੇਗੀ ਬਾਅਦ 'ਚ ਆਪਰੇਸ਼ਨ ਦੇ। ਜਿੰਨਾ ਟਾਈਮ ਘੱਟ ਹੋਏਗਾ, ਧਿਆਨ ਨਾਲ ਕੀਤਾ ਹੋਇਆ ਆਪਰੇਸ਼ਨ, ਉਨਾ ਹੀ ਫਾਇਦਾ ਪੇਸ਼ੈਂਟ ਨੂੰ ਜ਼ਿਆਦਾ ਹੁੰਦਾ ਹੈ। ਨਹੀਂ, ਜਿਹੜਾ ਤੁਸੀਂ ਹੁਣ ਆਪਰੇਸ਼ਨ ਕਰ ਰਹੇ ਹੋ ਉਹਦੇ ਵਿੱਚ ਕਿੰਨਾ ਕੁ ਰਿਲੀਫ ਹੈ ਪਹਿਲੇ ਵਾਲੇ ਆਪਰੇਸ਼ਨ ਨਾਲ? ਤੁਸੀਂ ਜਿੰਨੇ ਪੇਸ਼ੈਂਟ ਹੈ ਪੇਸ਼ੈਂਟ ਤੋਂ ਆਪੇ ਪੁੱਛ ਲਿਓ, ਉਹ ਤੁਹਾਨੂੰ ਦੱਸਣਗੇ ਕਿ ਵੀ ਤੁਰਦੇ ਫਿਰਦੇ ਘੰਟੇ ਬਾਅਦ ਤੁਰਦੇ ਬਿਨਾਂ ਪੇਨ ਦੇ। ਇੱਕ ਲੇਡੀ ਸਾਡੇ ਕੋਲ ਬਹੁਤ ਚੀਕਾਂ ਮਾਰਦੀ ਆਈ ਸੀ, ਉਹ ਤਾਂ ਲੇਟੇ ਵੀ ਨਹੀਂ ਜਾ ਰਿਹਾ ਸੀਗਾ, ਨਾ ਕੋਈ ਦਵਾਈ ਕੰਮ ਕਰ ਰਹੀ ਸੀ, ਨਾ ਕੋਈ ਟੀਕਾ ਕੰਮ ਕਰ ਰਿਹਾ ਸੀਗਾ। ਤੇ ਅਸੀਂ ਐਮਆਰਆਈ ਕੀਤੀ, ਸਟੈਂਡਿੰਗ ਐਮਆਰਆਈ, ਉਹ 'ਚ ਬਹੁਤ ਵੱਡਾ ਜਿਹਾ ਡਿਸਕ ਸੀਗਾ ਜਿਹੜਾ ਨਾਲ ਨੂੰ ਪ੍ਰੈਸ ਕਰ ਰਿਹਾ ਸੀਗਾ। ਉਹਦਾ ਹੋਰ ਕੋਈ ਚਾਰਾ ਨਹੀਂ ਸੀਗਾ। ਅਸੀਂ ਉਹਨੂੰ ਦੱਸਿਆ ਕਿ ਵੀ ਆਪਰੇਸ਼ਨ ਹੋਣਾ ਹੈ, ਉਹਨੇ ਕੰਸੈਂਟ ਦਿੱਤੀ, ਅਸੀਂ ਆਪਰੇਟ ਕੀਤਾ। ਸ਼ਾਮੀ ਕਹਿੰਦੀ ਮੈਨੂੰ ਤਾਂ ਕੁਝ ਸੀਗਾ ਹੀ ਨਹੀਂ, ਤੂੰ ਤਾਂ ਐਵੇਂ ਆਪਰੇਸ਼ਨ ਕਰਤਾ। ਸੋ ਇਹ ਹਾਦਸੇ 'ਚ ਕਹਿੰਦੀ ਸੀਗੀ ਸਾਨੂੰ। ਆਪਰੇਸ਼ਨ ਤੋਂ ਬਾਅਦ ਕੋਈ ਪਰਹੇਜ਼ ਵਗੈਰਾ ਵੀ? ਕੋਈ ਪਰਹੇਜ਼ ਨਹੀਂ ਹੈ, ਜੋ ਮਰਜ਼ੀ ਕਰੋ। ਸੋ ਉਹ ਜ਼ਮਾਨਾ ਖਤਮ ਹੋ ਜਾਣਾ ਜਿਹੜੇ ਚੀਰਾ ਦੇ ਕੇ ਅਸੀਂ ਰੀੜ ਦੀ ਹੱਡੀ ਦਾ ਆਪਰੇਸ਼ਨ ਕਰਦੇ ਸੀਗੇ, ਵਿੱਚ ਪਲੇਟਾਂ ਪੈਂਦੀ ਸੀਗੀ, ਕੇਜ ਪੈਂਦੇ ਸੀਗੇ। ਹੁਣ ਉਹ ਨਾਨ ਇਨਵੇਸਿਵ ਆਪਰੇਸ਼ਨ, ਇਹਨੂੰ ਨਾਨ ਇਨਵੇਸਿਵ ਕਹਿੰਦੇ ਕਿ ਹੁਣ ਇਹ 'ਚ ਇਨਵੇਸਿਵ ਸਰਜਰੀ ਨਹੀਂ ਹੈ, ਨਾਨ ਇਨਵੇਸਿਵ ਹੈ। ਤੇ ਇਹ 'ਚ ਮਿਨੀਮਲ ਇਨਵੇਸਿਵ। ਸੋ ਇਹ 'ਚ ਬਿਨਾਂ ਚੀਰੇ ਦੇ ਤੇ ਬਿਨਾਂ ਪਲੇਟਿੰਗ ਦੇ, ਬਿਨਾਂ ਕੇਜ ਦੇ ਇਹ ਆਪਰੇਸ਼ਨ ਹੁਣ ਪੂਰੀ ਦੁਨੀਆ 'ਚ ਇਦਾਂ ਹੀ ਹੋ ਰਿਹਾ। ਹੁਣ ਇਹ ਜ਼ਮਾਨਾ ਚੇਂਜ ਹੋ ਰਿਹਾ। ਕਿਸ ਸਰਕਮਸਟੈਂਸਸ ਦੇ ਵਿੱਚ ਇਸ ਆਪਰੇਸ਼ਨ ਦੀ ਜ਼ਰੂਰਤ ਪੈਂਦੀ ਹੈ? ਵੀ ਇਹਨੂੰ ਚਾਹੀਦਾ ਕਿ ਆਪਾਂ ਇਸ ਤਰ੍ਹਾਂ ਦਾ ਆਪਰੇਸ਼ਨ ਕਰਵਾਓ? ਦੇਖੋ, ਤੁਸੀਂ ਬੜਾ ਹੀ ਵਧੀਆ ਇੱਕ ਸਵਾਲ ਪੁੱਛਿਆ। ਆਪਰੇਸ਼ਨ ਦੀ ਜਿਹੜੀ ਨੌਬਤ ਹੈ ਇਹ ਐਂਡ 'ਚ ਹੈਗੀ ਹੈ, ਮਤਲਬ ਜਦ ਸਾਰੀ ਚੀਜ਼ਾਂ ਫੇਲ ਹੋ ਜਾਣ ਉਸ ਟਾਈਮ ਇਹ ਆਪਰੇਸ਼ਨ ਦੀ ਲੋੜ ਹੈਗੀ। ਜੇ ਕੋਈ ਪੇਸ਼ੈਂਟ ਨੂੰ ਮਾੜੀ ਮੋਟੀ ਬੈਕ ਏਕ ਹੈਗੀ ਹੈ ਜਾਂ ਡਿਸਕ ਹੈਗਾ, ਇਹ ਨਹੀਂ ਕਿ ਅਸੀਂ ਸਿੱਧਾ ਆਪਰੇਸ਼ਨ ਐਡਵਾਈਸ ਕਰਨਾ। ਉਹਦੀ ਕੋਸ਼ਿਸ਼ ਹੋਏਗੀ ਦਵਾਈਆਂ ਨਾਲ, ਫਿਜ਼ੀਓਥੈਰੇਪੀ ਨਾਲ, ਮਾਲਿਸ਼ ਨਾਲ ਠੀਕ ਹੋ ਜਾਏ। ਜੇ ਪੇਸ਼ੈਂਟ ਬਿਲਕੁਲ ਠੀਕ ਨਹੀਂ ਹੁੰਦਾ, ਦਰਦ ਬਹੁਤ ਜ਼ਿਆਦਾ ਹੁੰਦੀ ਹੈ, ਇਨਟੋਲਰੇਬਲ ਦਰਦ ਹੁੰਦੀ ਹੈ, ਜਾਂ ਫਿਰ ਲੱਤ ਸੌਣੀ ਸ਼ੁਰੂ ਹੋ ਜਾਂਦੀ ਹੈ, ਬਾਂਹ ਸੌਣੀ ਸ਼ੁਰੂ ਹੋ ਜਾਂਦੀ ਹੈ, ਤਾਂ ਇਸ ਆਪਰੇਸ਼ਨ ਦੀ ਲੋੜ ਪੈਂਦੀ ਹੈ। ਤੇ ਤੁਸੀਂ ਦੇਖਿਆ ਹੋਣਾ ਕਿ ਸਾਰਾ ਡਿਸਕ ਮੈਂ ਕੱਢਦਾ, ਜਿਹੜੀ ਨਰਵ ਸੀਗੀ ਸਪਾਈਨਲ ਕਾਰਡ ਸਾਰੀ ਡੀਕੰਪਰੈਸ ਕਰਦੀ ਹੈ, ਤੇ ਨਰਵ ਜਿਹੜੀ ਪੂਰੀ ਪ੍ਰੈਸ ਸੀਗੀ ਉਹ ਹੁਣ ਫ੍ਰੀ ਹੋ ਗਈ। ਜਿਹੜਾ ਡਿਸਕ ਮਟੀਰੀਅਲ ਕੱਢਿਆ ਉਹ ਨਾਲ ਪਿਆ ਹੋਇਆ, ਇਹ ਅਸੀਂ ਵਾਪਸੀ ਵਾਸਤੇ ਭੇਜਣਾ। ਸਰ ਮੈਕਸਿਮਮ ਟਾਈਮ ਕਿੰਨਾ ਲੱਗਿਆ ਮੈਨੂੰ? ਜਦ ਮੈਂ ਸਟਾਰਟ ਕੀਤਾ ਸੀ ਮੈਨੂੰ ਲੱਗਦੇ ਸੀ 3.5 ਘੰਟੇ, ਓਕੇ, 3.5 ਆਵਰਸ। ਨਾ ਤੁਸੀਂ ਦੇਖਿਆ 35 ਮਿੰਟ 'ਚ ਹੋ ਗਿਆ। 35 ਮਿੰਟ 'ਚ ਕਲੀਅਰ ਹੋ ਗਿਆ? ਹਾਂਜੀ, ਸਕਸੈਸਫੁਲ ਹੋ ਗਿਆ। ਸਕਸੈਸਫੁਲ। ਹੁਣ ਮੈਂ ਘੰਟੇ ਦਾ ਪੇਸ਼ੈਂਟ ਨੂੰ ਖੜੇ ਕਰ ਦੇਣਾ 1 ਆਵਰ। ਇਹਦਾ ਵੀਡੀਓ ਬਣਾ ਕੇ ਮੈਂ ਤੁਹਾਨੂੰ ਸਭ ਨੂੰ ਭੇਜ ਦੂੰਗਾ 1 ਘੰਟੇ। ਤੇ ਸਰ ਇਹਦੇ ਵਿੱਚ ਜਿਹੜਾ ਪੇਸ਼ੈਂਟ ਨੂੰ ਸ਼ਾਮ ਤੱਕ ਛੁੱਟੀ ਦੇ ਦਿੱਤੀ ਜਾਂਦੀ ਹੈ ਨਾ ਜੀ? ਹਾਂ, ਸ਼ਾਮ ਤੋਂ ਮੈਂ ਛੁੱਟੀ ਦੇ ਦੂੰਗਾ ਜੇ ਪੇਸ਼ੈਂਟ ਜਾਣਾ ਚਾਹੇ। ਕਈ ਵਾਰੀ ਪੇਸ਼ੈਂਟ ਕਹਿੰਦਾ ਨਹੀਂ ਡਾਕਟਰ ਸਾਹਿਬ ਮੈਂ ਇੱਕ ਦਿਨ ਰਹਿਣਾ ਚਾਹੁੰਦਾ ਜੀ, ਬਸ। ਤੇ ਹੁਣ ਜਦੋਂ ਇਹਨੂੰ ਤੁਸੀਂ ਇਹਦੇ ਟਾਂਕੇ ਲਗਾ ਦੋਗੇ ਤਾਂ ਪੇਨ ਕਿੰਨੀ ਹੋਏਗੀ ਉਸ ਤੋਂ ਬਾਅਦ? ਨੋ ਪੇਨ। ਤੇ ਜੇ ਪੇਨ ਰਹਿ ਗਈ ਤਾਂ ਫਿਰ ਆਪਰੇਸ਼ਨ ਸਕਸੈਸਫੁਲ ਨਹੀਂ ਹੋਊਗਾ। ਓਕੇ, ਆਪਰੇਸ਼ਨ ਫੇਲ ਹੋ ਗਿਆ ਜੇ ਪੇਨ ਰਹਿ ਗਈ। ਮੈਂ ਤਾਂ ਪੇਨ ਵਾਸਤੇ ਕੀਤਾ, ਠੀਕ ਹੈ। ਮੇਰਾ ਕੰਮ ਸੀਗਾ ਨਰਵ ਪੂਰੀ ਚੱਕ ਦੇਣੀ, ਨਰਵ ਮੈਂ ਪੂਰੀ ਫ੍ਰੀ ਕਰਤੀ ਹੈ। ਸੋ ਪੇਨ ਸ਼ੁੱਡ 99% ਗੋ, 100% ਤਾਂ ਕੁਝ ਨਹੀਂ ਹੁੰਦਾ ਦੁਨੀਆ 'ਚ। 99%, 90 ਤੋਂ ਉੱਤੇ ਜੇ ਵੀ ਹੋ ਗਿਆ ਉਹ ਸਕਸੈਸਫੁਲ ਹੋ ਗਿਆ ਸਾਡਾ। ਸੋ ਮੇਰੇ 250 ਹੋਏਗਾ, 250 ਦੇ 250 'ਚ ਪੇਨ ਗਾਇਬ ਹੋ ਗਈ ਹੈ, ਜਾਂ ਨਾ ਮਾਤਰ ਦੀ ਰਹਿੰਦੀ ਹੈ ਹਲਕੀ ਦੀ। ਸੋ ਇਹ 'ਚ ਕੋਈ ਪਲੇਟ ਨਹੀਂ ਪੈਣੀ, ਇਹ 'ਚ ਕੋਈ ਕੇਜ ਨਹੀਂ ਹੈ, ਕੋਈ ਇੰਪਲਾਂਟ ਨਹੀਂ ਹੈ।